ਸਲੋਕ। ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਪੌੜੀ। ਅੱਖਰ ਮਹਿ ਤ੍ਰਿਭਵਨ ਪ੍ਰਭ ਧਾਰੇ, ਅੱਖਰ ਕਰ ਕਰ ਵੇਦ ਵਿਚਾਰੇ। ਅੱਖਰ ਸ਼ਾਸਤਰ ਸਿਮਰਤ ਪੁਰਾਨਾ, ਅੱਖਰ ਨਾਦ ਕਥਨ ਵਖਿਆਨਾ। ਅੱਖਰ ਮੁਕਤ ਜੁਗਤ ਭੈ ਭਰਮਾ, ਅੱਖਰ ਕਰਮ ਕਿਰਤ ਸੁਚ ਧਰਮਾ। ਦ੍ਰਿਸ਼ਟਮਾਨ ਅੱਖਰ ਹੈ ਜੇਤਾ, ਨਾਨਕ ਪਾਰ ਬ੍ਰਹਮ ਨਿਰਲੇਪਾ। ਸ਼ਲੋਕ। ਹੱਥ ਕਲਮ ਅਗੰਮ ਮਸਤਕ ਲਿਖਾਵਤੀ, ਉਰਜ ਰਹਿਓ ਸਭ ਸੰਗ ਅਨੂਪ ਰੂਪਾਵਤੀ। ਰੂਪਾਵਤੀ ਜਿਵੇਂ ਪਾਠ ਭਾਈ ਸਾਹਿਬ ਜੀ ਨੇ ਕੀਤਾ ਹੈ ਇਹ ਯਾਦ ਰੱਖਣਾ। ਰੂਪਾਵਤੀ ਵੱਖਰਾ ਵੱਖਰਾ ਨਹੀਂ ਕਰਨਾ। ਰੂਪਾਵਤੀ। ਹਾਂਜੀ। ਉਸਤਤ ਕਹਿਨ ਨਾ ਜਾਏ ਮੁਖ ਹੋ ਤੁਹਾਰੀਆ, ਮੋਹੀ ਦੇਖ ਦਰਸ ਨਾਨਕ ਬਲਿਹਾਰੀਆ। ਪੌੜੀ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਘਨਾਸ, ਹੇ ਪੂਰਨ ਹੇ ਸਰਬਮੈ ਦੁਖ ਭੰਜਨ ਗੁਣਤਾਸ। ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ। ਹੇ ਗੋਬਿੰਦ ਹੇ ਗੁਣ ਨਿਧਾਨ, ਜਾ ਕੈ ਸਦਾ ਵਿਵੇਕ। ਹੇ ਅਪਰੰਪਰ ਹਰ ਹਰੇ ਹਹਿ ਪੀ ਹੋਵਨਹਾਰ, ਹੇ ਸੰਤ ਹੈ ਕੈ ਸਦਾ ਸੰਗ ਨਿਧਾਰਾ ਆਧਾਰ। ਹੇ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀਜੈ ਨਾਮਦਾਨ ਰਾਖੋ ਹੀਐ ਪਰੋਇ। ਸ਼ਲੋਕ। ਗੁਰਦੇਵ ਮਾਤਾ ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਵਰਾ। ਗੁਰਦੇਵ ਸਖਾ ਅਗਿਆਨ ਭੰਜਨ, ਗੁਰਦੇਵ ਬੰਧਪ ਸਹੋਦਰਾ। ਗੁਰਦੇਵ ਦਾਤਾ ਹਰ ਨਾਮ ਉਪਦੇਸੈ, ਗੁਰਦੇਵ ਮੰਤ ਨਿਰੋਧਰਾ। ਗੁਰਦੇਵ ਸ਼ਾਂਤ ਸਤ ਬੁੱਧ ਮੂਰਤ, ਗੁਰਦੇਵ ਪਾਰਸ ਪਰਸ ਪਰਾ। ਗੁਰਦੇਵ ਤੀਰਥ ਅੰਮ੍ਰਿਤ ਸਰੋਵਰ, ਗੁਰ ਗਿਆਨ ਮੱਜਨ ਅਪਰੰਪਰਾ। ਗੁਰਦੇਵ ਕਰਤਾ ਸਭ ਪਾਪ ਹਰਤਾ, ਗੁਰਦੇਵ ਪਤਤ ਪਵਿੱਤ ਕਰਾ। ਗੁਰਦੇਵ ਆਦਿ ਜੁਗਾਦਿ ਜੁਗ ਜੁਗ, ਗੁਰਦੇਵ ਮੰਤ ਹਰ ਜਪ ਉਧਰਾ। ਗੁਰਦੇਵ ਆਦਿ ਜੁਗਾਦਿ ਜੁਗ ਜੁਗ, ਗੁਰਦੇਵ ਮੰਤ ਹਰ ਜਪ ਉਧਰਾ। ਗੁਰਦੇਵ ਸੰਗਤ ਮੇਲ ਪ੍ਰਭ ਕਿਰਪਾ, ਹਮ ਮੂੜ ਪਾਪੀ ਜਿਤ ਲਗ ਤਰਾ। ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ। ਮੇਲ ਪ੍ਰਭ ਉਲਟ ਹੋ ਗਿਆ। ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ, ਹਮ ਮੂੜ ਪਾਪੀ ਜਿਤ ਲਗ ਤਰਾ। ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ, ਗੁਰਦੇਵ ਨਾਨਕ ਹਰ ਨਮਸਕਰਾ। ਇਹੋ ਸ਼ਲੋਕ ਆਦ ਅੰਤ ਪੜ੍ਹਨਾ। ਵਾਹਿਗੁਰੂ ਜੀ। ਇਹੋ ਸ਼ਲੋਕ ਆਦ ਅੰਤ ਪੜ੍ਹਨਾ ਉਚੇਚੇ ਤੌਰ ਤੇ ਹਦਾਇਤ ਸਤਿਗੁਰੂ ਜੀ ਨੇ ਲਿਖ ਦਿੱਤੀ ਹੈ। ਕੋਈ ਇਹ ਨਾ ਖਿਆਲ ਕਰ ਲਵੇ ਕਿ ਆਰੰਭ ਵਿੱਚ ਪੜ੍ਹਿਆ ਹੀ ਸੀ, ਇੱਥੇ ਕਿਉਂ ਪੜ੍ਹਨਾ ਹੈ। ਸੋ ਇਸ ਤਰ੍ਹਾਂ ਦਾ ਸ਼ੰਕਾ ਨਾ ਕੋਈ ਆਪਣੇ ਮਨ ਵਿੱਚ ਕਰੇ। ਜਿਵੇਂ ਪਹਿਲਾਂ ਵੀ ਗਿਆਨੀ ਜੀ ਨੇ ਆਪ ਜੀ ਨੂੰ ਦੱਸਿਆ ਕਿ ਇੱਕ ਸੰਪਟ, ਇੱਕ ਡੱਬਾ, ਆਰੰਭ ਵਿੱਚ ਵੀ ਇਹ ਸ਼ਲੋਕ ਤੇ ਅਖੀਰ ਵਿੱਚ ਵੀ ਇਹ ਸ਼ਲੋਕ। ਇਹਨਾਂ ਦੋਹਾਂ ਸ਼ਲੋਕਾਂ ਦੇ ਵਿੱਚ ਅੰਮ੍ਰਿਤ ਰੂਪ ਇਹ ਸਾਰੀ ਬਾਣੀ, ਗਹਿਣਾ ਰੂਪ ਜੀਵ ਆਤਮਾ ਦਾ ਗਹਿਣਾ ਰੂਪ ਇਹ ਬਾਣੀ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ। ਔਰ ਇਹ ਨਾਲ ਅੱਖਰ ਵੀ ਪੜ੍ਹਨੇ ਨੇ। ਇਹੋ ਸ਼ਲੋਕ ਆਦ ਅੰਤ ਪੜ੍ਹਨਾ। ਇਹ ਜਿਹੜੀ ਅੰਮ੍ਰਿਤ ਰੂਪ ਬਾਣੀ 52 ਅੱਖਰੀ ਹੈ, ਗੁਰਸਿੱਖਾਂ ਦੇ 5 ਗ੍ਰੰਥੀ ਦੇ ਨਿਤਨੇਮ ਵਿੱਚ ਇਹ ਬਾਣੀ ਸ਼ਾਮਲ ਹੈ। ਇਹ ਖਿਆਲ ਰਹੇ ਜੀ। ਇੱਕ ਬੇਨਤੀ ਹੋਰ ਆ, ਇਹੋ ਸ਼ਲੋਕ ਆਦ ਅੰਤ ਪੜ੍ਹਨਾ, ਪੱਪਾ ਡਾੜਾ ਅਣਾਣੇ ਕਰਨਾ, ਪੜ੍ਹਨਾ ਨਹੀਂ ਕਹਿਣਾ। ਹਾਂਜੀ ਬਿਲਕੁਲ। ਪੜ੍ਹਨਾ। ਕਈ ਆਮ ਅਖੰਡ ਪਾਠ ਸਾਹਿਬ ਦੇ ਜਦੋਂ ਡਿਊਟੀਆਂ ਲਾਉਂਦੇ ਨੇ ਪਾਠੀ ਸਿੰਘ, ਉਹ ਇਹ ਕਹਿੰਦੇ ਇਹੋ ਸ਼ਲੋਕ ਆਦ ਅੰਤ ਪੜ੍ਹਨਾ, ਨੰਨਾ ਲਾ ਜਾਂਦੇ ਨੇ, ਲੱਗਾ ਅਣਾਣਾ ਅੱਖਰ ਹੈ। ਇਹ ਆਪਾਂ ਸਾਰਿਆਂ ਨੇ ਧਿਆਨ ਦੇਣਾ ਵੀ ਟਕਸਾਲ ਮੁਤਾਬਕ ਸਾਰੇ ਪਾਠ ਆਪਾਂ ਸਰਵਣ ਕਰ ਰਹੇ ਹਾਂ। ਗਿਆਨੀ ਸਿੰਘ ਪਾਠ ਕਰਨ ਵਾਲੇ ਵੀ, ਅੱਗੇ ਜਿਹੜੇ ਆ ਹੋਰ ਗੁਣੀ ਜਨ ਆਪਾਂ ਨੂੰ ਦੱਸਣ ਵਾਲੇ ਸਮਝਾ ਰਹੇ ਨੇ। ਆਪਾਂ ਲਾਹਾ ਲੈਣਾ। ਇਹ ਕੋਈ ਖਾਸ ਵੱਡੀਆਂ ਗੱਲਾਂ ਨਹੀਂ, ਕੇਵਲ ਧਿਆਨ ਦੇਣ ਦੀ ਜ਼ਰੂਰਤ ਹੈ। ਕੋਈ ਇਹਦੀ ਬਾਹਲਾ ਕੋਈ ਖੋਜ ਵਾਲੀ ਗੱਲ ਨਹੀਂ। ਧਿਆਨ ਹੀ ਦੇਣਾ ਵੀ ਅੱਖਰ ਅਣਾਣਾ ਲੱਗਾ ਜਾਂ ਨੰਨਾ ਲੱਗਾ। ਇਹੋ ਸ਼ਲੋਕ ਆਦ ਅੰਤ ਪੜ੍ਹਨਾ, ਇਸ ਤਰ੍ਹਾਂ ਪੜ੍ਹਨਾ ਜੀ। ਹਾਂਜੀ ਵਾਹਿਗੁਰੂ ਜੀ। ਸੰਖੇਪ ਨਾਲ
2 ਮਿੰਟ ਵਾਸਤੇ ਬੇਨਤੀ ਹੈ। ਜੋ 52 ਅੱਖਰੀ ਆਪਾਂ ਉਚਾਰਨ ਕੀਤੀ ਹੈ, ਪੜ੍ਹੀ ਆਪ ਜੀ ਨੂੰ ਗਿਆਨੀ ਪਿੰਦਰਪਾਲ ਸਿੰਘ ਜੀ ਨੇ ਹੁਣੇ ਦੱਸਿਆ ਸੀ ਕਿ ਪਹਿਲੇ ਜੋ ਕੱਕੇ ਤੋਂ ਲੈ ਕਰਕੇ ਮੰਮੇ ਤੱਕ ਕਰਮ ਪੂਰਾ ਹੋ ਗਿਆ, ਉਸ ਤੋਂ ਬਾਅਦ ਅੰਤ 'ਤੇ ਇੱਕ ਸੂਤਰ ਆਉਂਦਾ ਹੈ। ਸੰਖਾ ਕਹਿ ਰਹੇ ਸਨ, ਪੰਜਾਬੀ ਵਿੱਚ ਦੱਸ ਰਹੇ ਸਨ। ਸੰਸਕ੍ਰਿਤ ਵਿੱਚ ਜੋ ਸੂਤਰ ਆਉਂਦਾ ਹੈ ਸ਼ਾ ਸਾ ਸਰ ਹਲ, ਇਹ ਸੂਤਰ ਹੈ। ਤਾਂ ਮਹਾਰਾਜ ਜੀ ਨੇ ਉਹੀ ਕਰਮ ਰੱਖਿਆ। ਪਹਿਲੇ ਕੱਕੇ ਤੋਂ ਲੈ ਕੇ ਆਪ ਜੀ ਗਿਣ ਲਓ, ਕੱਕੇ ਤੋਂ ਲੈ ਕੇ ਮੰਮੇ ਤੱਕ 25 ਅੱਖਰ ਹੋ ਗਏ। ਉਸ ਦੇ ਬਾਅਦ ਯਾ ਰਾ ਲਾ ਵਾ, ਹਿੰਦੀ 'ਚ ਕਹਿੰਦੇ ਹਨ 4 ਅੱਖਰ, ਰਜਈਆ ਰੱਲਾ, ਰਜਈਆ ਰਾਰਾ ਲੱਲਾ ਵਾਵਾ। 25 4 29, 33 ਗਿਣਨੇ ਆਪਾਂ ਪੂਰੇ। 25 4 29 ਹੋ ਗਏ। ਫਿਰ ਅੱਗੇ 3 ਪ੍ਰਕਾਰ ਦੇ ਸੱਸੇ ਹਨ ਅਤੇ ਫਿਰ ਹਾਹਾ ਹੈ, ਅਤੇ ਇਹ ਮਿਲਾ ਕੇ 33 ਅੱਖਰ ਹੋ ਗਏ। ਤਾਂ ਉਹ ਜੋ ਕਰਮ ਆਪ ਜੀ ਨੂੰ ਦੱਸਿਆ ਸੀ ਗਿਆਨੀ ਜੀ ਨੇ, ਉਸ ਨੂੰ ਯਾਦ ਰੱਖਣਾ। ਫਿਰ ਅੱਜ ਵੀ ਸਵਰ ਵੀ ਇਸ ਦੇ ਵਿੱਚੋਂ ਲੱਭਣੇ ਹਨ। ਹੁਣ ਅੱਗੇ ਜਿਵੇਂ ਗਿਆਨੀ ਜੀ ਆਪ ਜੀ ਨੂੰ ਦੱਸ ਰਹੇ ਹਨ, ਆਪ ਜੀ ਸਰਵਣ ਕਰੋ ਜੀ। ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਹੁਣ ਸ੍ਰੀ ਸੁਖਮਨੀ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਬਾਣੀ ਉਚਾਰਨ ਕੀਤੀ ਹੋਈ ਆਰੰਭ ਹੋ ਰਹੀ ਹੈ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾਂ ਕੈ ਮਨ ਬਿਸਰਾਮ। ਜਿਸ ਸਮੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਸ੍ਰੀ ਰਾਮਸਰ ਤੀਰਥ ਦੇ ਕਿਨਾਰੇ 'ਤੇ ਭਾਈ ਸਾਹਿਬ ਗੁਰਦਾਸ ਜੀ ਦੇ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਲਿਖਵਾ ਰਹੇ ਸਨ, ਉਸ ਸਮੇਂ ਇੱਕ ਦਿਨ ਸਤਿਗੁਰੂ ਪਾਤਸ਼ਾਹ ਮਹਾਰਾਜ ਭਾਈ ਗੁਰਦਾਸ ਜੀ ਨਾਲ ਬਚਨ ਕਰਨ ਲੱਗੇ ਕਿ ਭਾਈ ਗੁਰਦਾਸ ਜੀ, ਆਉਣ ਵਾਲਾ ਸਮਾਂ ਬੜਾ ਭਿਅੰਕਰ ਆ ਰਿਹਾ ਹੈ। ਕਲਯੁਗ ਦਾ ਇਤਨਾ ਪ੍ਰਤਾਪ ਹੋ ਜਾਣਾ ਹੈ ਕਿ ਕਿਸੇ ਦੇ ਮੂੰਹ ਤੋਂ ਪਰਮੇਸ਼ਰ ਦਾ ਨਾਮ ਉਚਾਰਨ ਹੀ ਨਹੀਂ ਹੋਵੇਗਾ। ਸਾਰਿਆਂ ਦੀ ਬਿਰਤੀ ਮਾਇਕ ਪਦਾਰਥਾਂ ਵਿੱਚ ਉਲਝ ਜਾਏਗੀ, ਪਾਪ ਦਾ ਵਰਤਾਰਾ ਵਰਤੇਗਾ ਔਰ ਦਿਨੋਂ ਦਿਨ ਇਹ ਕਲਯੁਗ ਵਧੇਗਾ। ਅਤੇ ਸਤਿਗੁਰੂ ਪਾਤਸ਼ਾਹ ਜੀ ਨੂੰ ਭਾਈ ਗੁਰਦਾਸ ਜੀ ਕਹਿਣ ਲੱਗੇ, ਮਹਾਰਾਜ ਇਸ ਕਲਯੁਗ ਦੇ ਅਵਤਾਰ ਆਪ ਜੀ ਹੋ, ਆਪ ਜੀ ਕੋਈ ਕਲਯੁਗੀ ਜੀਵਾਂ ਦੇ ਕਲਿਆਣ ਦਾ ਰਸਤਾ ਕੱਢੋ, ਕੋਈ ਐਸਾ ਮਾਰਗ ਦੱਸੋ ਜਿਹਦੇ ਨਾਲ ਸਾਰਿਆਂ ਦਾ ਭਲਾ ਹੋ ਜਾਵੇ। ਸਤਿਗੁਰੂ ਪੰਚਮ ਪਾਤਸ਼ਾਹ ਜੀ ਮਹਾਰਾਜ ਨੇ ਭਾਈ ਗੁਰਦਾਸ ਜੀ ਦੀ ਬੇਨਤੀ ਸੁਣ ਕੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜੋ ਪਾਵਨ ਪਵਿੱਤਰ ਬਾਣੀ ਸੁਖਮਨੀ ਸਾਹਿਬ ਉਚਾਰਨ ਕੀਤੀ ਹੈ, ਸੁਖਮਨੀ ਸਾਹਿਬ ਦਾ ਮਹਾਤਮ ਅਖੀਰ ਵਿੱਚ ਦੱਸਿਆ ਹੈ। ਜਿਸ ਮਨ ਬਸੈ ਸੁਣੈ ਲਾਏ ਪ੍ਰੀਤ, ਤਿਸ ਜਨ ਆਵੈ ਹਰਿ ਪ੍ਰਭ ਚੀਤ। ਜਿਹੜਾ ਗੁਰਮੁਖ 24 ਘੰਟਿਆਂ ਵਿੱਚ ਇੱਕ ਵੀ ਪਾਠ ਸ੍ਰੀ ਸੁਖਮਨੀ ਸਾਹਿਬ ਜੀ ਦਾ ਕਰ ਲਵੇਗਾ, ਉਹਦੇ 24,000 ਸਵਾਸਾਂ ਦਾ ਭਲਾ ਹੋਵੇਗਾ। 24 ਘੰਟੇ ਸਫਲੇ ਹੋਣਗੇ, ਜੀਵਨ ਸਫਲਾ ਹੋਵੇਗਾ। ਸੋ ਇਹ 24 ਅਸ਼ਟਪਦੀਆਂ ਦਾ 24 ਸ਼ਲੋਕਾਂ ਦਾ ਸਤਿਗੁਰੂ ਜੀ ਨੇ ਉਚਾਰਨ ਕੀਤਾ ਹੈ। ਜੈਸੇ ਭਾਰਤ ਮਤ ਦੇ ਵਿੱਚ, ਬਾਕੀ ਅਨਮਤਾਂ ਦੇ ਵਿੱਚ, ਹੋਰ ਗ੍ਰੰਥਾਂ ਦੇ ਸਤੋਤਰ ਪਾਠ ਆਦਿਕ ਹੁੰਦੇ ਹਨ, ਗੁਰੂ ਘਰ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦਾ ਮਹਾਤਮ ਵਿਸ਼ੇਸ਼ ਕਰਕੇ ਹੈ। ਸਤਿਕਾਰਯੋਗ ਮਹਾਂਪੁਰਸ਼ ਉਦਾਸੀ ਸੰਤ ਸਾਡੇ ਉਸਤਾਦ ਵਿਦਿਆ ਦਾਤੇ ਬਾਬਾ ਪੰਚਮ ਪ੍ਰਕਾਸ਼ ਜੀ ਮਹਾਰਾਜ, ਉਹ ਵੀ ਅੱਜ ਇੱਥੇ ਆਉਣਗੇ। ਉਹਨਾਂ ਮਹਾਂਪੁਰਸ਼ਾਂ ਨੇ ਇੱਕ ਬਚਨ ਸੁਣਾਇਆ ਸੀ, ਕਹਿਣ ਲੱਗੇ ਕਿ ਇੱਧਰ ਭਵਾਨੀਗੜ੍ਹ ਸਾਈਡ, ਸੰਗਰੂਰ, ਭੀਖੀ, ਮਾਨਸਾ ਦੇ ਇਲਾਕੇ ਵਿੱਚ ਇੱਕ ਬੜੇ ਬੀਤਰਾਗ ਸਾਧੂ ਅੱਜ ਤੋਂ 35-40 ਸਾਲ ਪਹਿਲਾਂ ਹੋਏ ਨੇ, ਸੰਤ ਬਾਬਾ ਮੋਹਨ ਦਾਸ ਜੀ। ਉਹ ਜਿਹੜੇ ਇਲਾਕੇ ਵਿੱਚ ਵੀ ਜਾਂਦੇ ਸਨ, ਉਹਨਾਂ ਦੀਆਂ ਸੰਗਤਾਂ ਜ਼ਿਆਦਾਤਰ ਸਹਿਜਧਾਰੀ ਮੋਹਨੇ ਲੋਕ ਸਨ। ਖਾਸ ਕਰਕੇ ਬਾਣੀਆਂ ਬਰਾਦਰੀ ਜਿਹੜੀ ਹੈ ਉਹਨਾਂ ਨੂੰ ਬਹੁਤ ਮੰਨਦੀ ਸੀ। ਅਤੇ ਉਹਨਾਂ ਨੇ ਉਹਨਾਂ ਨੂੰ ਪੁੱਛਣਾ ਵੀ ਭਾਈ ਪੂਜਾ ਪਾਠ ਕੀ ਕਰਦੇ ਹੋ? ਅਤੇ ਬਾਣੀਆਂ ਨੇ ਆਖਣਾ ਜੀ ਅਸੀਂ ਸ੍ਰੀਮਦ ਭਾਗਵਤ ਗੀਤਾ ਜੀ ਦਾ ਪਾਠ ਕਰਦੇ ਹਾਂ। ਸੰਤ ਬਾਬਾ ਮੋਹਨ ਦਾਸ ਜੀ ਨੇ ਕਹਿਣਾ ਤੁਹਾਨੂੰ ਗੀਤਾ ਦਾ ਪਾਠ ਸਮਝ ਆਉਂਦਾ ਕੁਝ? ਪੰਜਾਬੀ ਹੋ ਤੁਸੀਂ, ਪੰਜਾਬ ਵਿੱਚ ਰਹਿੰਦੇ ਹੋ, ਤੁਹਾਨੂੰ ਉਹਦਾ ਭਾਵ ਸਮਝ ਆਉਂਦਾ? ਉਹ ਕਹਿੰਦੇ ਜੀ ਸਮਝ ਤਾਂ ਨਹੀਂ ਆਉਂਦਾ। ਕਹਿੰਦੇ ਫਿਰ ਤੁਸੀਂ ਸੁਖਮਨੀ ਸਾਹਿਬ ਪੜ੍ਹ ਲਿਆ ਕਰੋ, ਤੁਹਾਡਾ ਭਲਾ ਹੋਵੇਗਾ। ਸੋ ਜਿਹੜੇ ਲੋਕ ਗੀਤਾ ਜੀ ਦਾ ਪਾਠ ਕਰਦੇ ਸਨ, ਉਹਨਾਂ ਨੂੰ ਵੀ ਮਹਾਂਪੁਰਸ਼ਾਂ ਨੇ ਸੁਖਮਨੀ ਸਾਹਿਬ ਦਾ ਮਹਾਤਮ ਵਿਸ਼ੇਸ਼ ਦਰਸਾ ਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਨਾਲ ਜੋੜਿਆ। ਸੋ ਇਹਦੇ ਵਿੱਚ ਸਾਰਾ ਹੀ ਤੱਤ ਗਿਆਨ ਹੈ। ਸੰਤ ਬਾਬਾ ਦਰਸ਼ਨ ਸਿੰਘ ਜੀ, ਸੰਤ ਬਾਬਾ ਜਸਵਿੰਦਰ ਸਿੰਘ ਜੀ ਬੈਠੇ, ਇਹਨਾਂ ਨੂੰ ਸ਼ਾਸਤਰਾਂ ਦਾ ਵੀ ਪਤਾ ਹੈ, ਵੇਦਾਂ ਦਾ ਵੀ ਪਤਾ ਹੈ। ਜੋ ਗਿਆਨ ਉੱਥੇ ਲੱਭਣ ਲਈ ਬੜੇ ਬੜੇ ਲੰਮੇ ਸਾਲ ਮਿਹਨਤ ਕਰਨੀ ਪੈਂਦੀ ਸੀ, ਅਤੇ ਤਾਂ ਵੀ ਕਿਸੇ ਵਿਰਲੇ ਦੇ ਹੱਥ ਆਉਂਦਾ ਸੀ। ਗੁਰੂ ਸਾਹਿਬ ਜੀ ਨੇ ਉਹ ਸਾਡੇ ਵਾਸਤੇ ਸੌਖਾ ਹੀ ਪ੍ਰਗਟ ਕਰ ਦਿੱਤਾ ਸ੍ਰੀ ਸੁਖਮਨੀ ਸਾਹਿਬ ਜੀ ਦੇ ਅੰਦਰ। ਸੋ ਮਹਾਰਾਜ ਦੀ ਇਹ ਪਾਵਨ ਬਾਣੀ ਆਰੰਭ ਹੋਣ ਲੱਗੀ ਹੈ। ਇਹ ਸਾਡੇ ਨਿਤਨੇਮ 'ਚ ਉਚਾਰਨ ਹੁੰਦੇ ਨੇ।
ਖਾਸ ਕਰਕੇ ਮੇਰੀਆਂ ਮਾਤਾਵਾਂ ਭੈਣਾਂ ਹਰ ਗੁਰਦੁਆਰੇ ਵਿੱਚ ਸੁਖਮਨੀ ਸਾਹਿਬ ਜੀ ਸੁਸਾਇਟੀ ਬਣਾ ਕੇ ਪਾਠ ਕਰਦੀਆਂ ਨੇ। ਸੋ ਇਹਨਾਂ ਦੇ ਵਾਸਤੇ, ਸਾਰਿਆਂ ਦੇ ਵਾਸਤੇ ਆਪਣੇ ਇਸ ਬਾਣੀ ਦਾ ਵਿਸ਼ੇਸ਼ ਕਰਕੇ ਧਿਆਨ ਨਾਲ ਉਚਾਰਨ ਸਿੱਖਣਾ ਜ਼ਰੂਰੀ ਹੈ। ਆਓ ਆਪਾਂ ਲਾਭ ਲਈਏ ਉਚਾਰਨ ਦਾ ਵੀ, ਔਰ ਜੋ ਵਿਸਰਾਮ ਨੇ ਉਹ ਵੀ ਮਹਾਂਪੁਰਸ਼ ਗਿਆਨੀ ਜੀ ਦੱਸੀ ਜਾਣਗੇ। ਆਓ ਹੁਣ ਆਰੰਭ ਕਰੀਏ ਜੀ।